ਭਾਗ ਚੌਥਾ। ਚੁੱਪ ਦੀ ਛਾਵੇਂ। ਮੈਨੂੰ ਬਹੁਤ ਵਾਰ ਇਸ ਤਰ੍ਹਾਂ ਲੱਗਦਾ ਕਿ ਮਾਇਰਾ ਬੜੀ ਰੁੱਖੀ ਤਬੀਅਤ ਦੀ ਮਾਲਕ ਹੈ। ਉਹ ਕਦੇ ਵੀ ਪਿਆਰ ਮੁਹੱਬਤ ਦੀ ਗੱਲ ਨਹੀਂ ਕਰਦੀ, ਹਾਲਾਂਕਿ ਉਸ ਦਾ ਵਿਆਹ ਵੀ ਨਹੀਂ ਹੋਇਆ। ਮੈਂ ਇਹ ਅਕਸਰ ਸੋਚਦਾ ਹਾਂ ਕਿ ਮਾਇਰਾ ਮੁਹੱਬਤ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੇ। ਮੇਰੇ ਨਾਲ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਚੀਜ਼ ਬਾਰੇ ਮੈਂ ਕਈ ਦਿਨ ਸੋਚਦਾ ਰਹਿੰਦਾ ਹਾਂ, ਉਹ ਆਉਣ ਵਾਲੇ ਦਿਨਾਂ ਵਿੱਚ ਹੋ ਜਾਂਦੀ ਹੈ। ਦੂਸਰੀ ਗੱਲ, ਜਿਸ ਚੀਜ਼ ਨੂੰ ਪਾਉਣ ਦੀ ਇੱਛਾ ਮੇਰੇ ਅੰਦਰ ਬਹੁਤ ਵੱਧ ਜਾਂਦੀ ਹੈ, ਉਹ ਬਹੁਤ ਦੂਰ ਚਲੀ ਜਾਂਦੀ ਹੈ, ਅਤੇ ਜਿਨ੍ਹਾਂ ਚੀਜ਼ਾਂ ਤੋਂ ਮੈਂ ਦੂਰ ਭੱਜਦਾ ਹਾਂ, ਉਹ ਬਦੋ-ਬਦੀ ਮੇਰੇ ਪਿੱਛੇ ਲੱਗ ਜਾਂਦੀਆਂ ਹਨ। ਮੈਂ ਹਮੇਸ਼ਾ ਇਸ ਗੱਲ ਤੋਂ ਸੰਤਰਕ ਰਹਿੰਦਾ ਹਾਂ ਕਿ ਕੋਈ ਵੀ ਕੁੜੀ ਫੇਸਬੁੱਕ 'ਤੇ ਮੇਰੀ ਬਹੁਤੀ ਨਜ਼ਦੀਕ ਨਾ ਹੋਵੇ। ਭਾਵੇਂ ਮੈਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ, ਪਰ ਫਿਰ ਵੀ ਮੈਂ ਇਹ ਗੱਲ ਸੋਚ ਕੇ ਡਰ ਜਾਂਦਾ ਹਾਂ ਕਿ ਜੇਕਰ ਕਿਸੇ ਨੇ ਆਪਣੇ ਮਨ ਹੀ ਮਨ ਮੇਰੇ ਨਾਲ ਕੋਈ ਰਿਸ਼ਤਾ ਬਣਾ ਲਿਆ ਤਾਂ ਬਾਅਦ ਵਿੱਚ ਉਸ ਤੋਂ ਪਿੱਛਾ ਛਡਾਉਣਾ ਔਖਾ ਹੋ ਜਾਵੇਗਾ, ਕਿਉਂਕਿ ਵਿਆਹ ਤੋਂ ਬਾਅਦ ਅਜਿਹੇ ਸੰਬੰਧ ਤੁਹਾਡੇ ਜੀਵਨ ਨੂੰ ਨਰਕ ਬਣਾ ਸਕਦੇ ਹਨ। ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਵੀ ਬਿਲਕੁਲ ਵੀ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਦਿਨਾਂ ਵਿੱਚ ਦੋਸਤ ਕੁੜੀਆਂ ਦੇ ਬਹੁਤੇ ਸੁਨੇਹੇ ਆਉਂਦੇ ਹਨ, ਪਰ ਮੈਂ ਉਹਨਾਂ ਨਾਲ ਸੰਖੇਪ ਗੱਲ ਨਹੀਂ ਕਰਦਾ। ਤੇ ਅੱਜ ਇਸੇ ਤਰ੍ਹਾਂ ਹੋਇਆ। ਮਾਇਰਾ ਨੇ ਲਿਖਿਆ, ਮੈਨੂੰ ਨਹੀਂ ਲੱਗਦਾ ਕਿ ਇਸ ਧਰਤੀ 'ਤੇ ਕੋਈ ਵੀ ਮਨੁੱਖ ਬਿਨਾਂ ਮੁਹੱਬਤ ਦੇ ਜਿਉਣਾ ਪਸੰਦ ਕਰਦਾ ਹੋਵੇਗਾ। ਭਾਵੇਂ ਕੋਈ ਵੀ ਹੋਵੇ, ਹਰ ਕਿਸੇ ਨੂੰ ਕਦੇ ਨਾ ਕਦੇ ਮੁਹੱਬਤ ਦਾ ਅਨੁਭਵ ਜ਼ਰੂਰ ਹੁੰਦਾ ਹੈ। ਵੈਸੇ ਜੇ ਮਨੁੱਖ ਹੋਰ ਸਭ ਕੁਝ ਕੁਦਰਤ ਦੀਆਂ ਦਾਤਾਂ ਨੂੰ ਹੰਢਾਉਂਦੇ ਹੋਏ ਜਿਉਂਦਾ ਹੈ ਤਾਂ ਇਹ ਵੀ ਚਾਹੀਦਾ ਹੈ ਕਿ ਮੁਹੱਬਤ ਨਾਲ ਜੀਵੇ। ਤੇ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਦੇ ਉਹੀ ਪਲ ਸਭ ਤੋਂ ਹਸੀਨ ਹੁੰਦੇ ਹਨ ਜਦੋਂ ਉਹ ਮੁਹੱਬਤ ਵਿੱਚ ਜਿਉਂਦਾ ਹੈ। ਉਹ ਭਾਵ ਉਸ ਦੀ ਨਿੱਜੀ ਮੁਹੱਬਤ ਹੋਵੇ, ਮਨੁੱਖਤਾ ਲਈ ਮੁਹੱਬਤ ਹੋਵੇ ਜਾਂ ਪਰਮਾਤਮਾ ਪ੍ਰਤੀ ਸੰਪੂਰਨ ਹੋਵੇ। ਪਰ ਇਹ ਗੱਲ ਜ਼ਰੂਰ ਹੈ ਕਿ ਕਿਸੇ ਵੀ ਮਨੁੱਖ ਲਈ ਉਹ ਪਲ ਬਹੁਤ ਦੁਖਦਾਈ ਹੁੰਦੇ ਹਨ ਜਦੋਂ ਉਹ ਆਪਣੇ ਦਿਲ ਵਿੱਚ ਵਸੇ ਕਿਸੇ ਵੀ ਮਨੁੱਖ ਵੱਲੋਂ ਅਸਵੀਕਾਰ ਕੀਤਾ ਜਾਂਦਾ ਹੈ ਜਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਭਾਵੇਂ ਹਰ ਮਨੁੱਖ ਮੁਹੱਬਤ ਲਈ ਕਿਤੇ ਨਾ ਕਿਤੇ ਤੜਫਦਾ ਹੈ, ਪਰ ਫਿਰ ਵੀ ਨਫ਼ਰਤ ਦੀ ਜਗ੍ਹਾ ਜ਼ਿੰਦਗੀ ਵਿੱਚ ਕੋਈ ਬਣੀ ਹੋਈ ਹੈ। ਇਹ ਕਈ ਵਾਰ ਸਮਝ ਨਹੀਂ ਆਉਂਦਾ, ਪਰ ਇਹ ਗੱਲ ਪੱਕੀ ਹੈ ਕਿ ਜ਼ਾਲਮ ਤੋਂ ਜ਼ਾਲਮ ਲੋਕ ਵੀ ਮੁਹੱਬਤ ਲੜਦੇ ਹਨ। ਤੁਸੀਂ ਕੁਝ ਵੀ ਬਣ ਜਾਵੋ, ਕੋਈ ਧਰਮ ਅਪਣਾ ਲਵੋ, ਕਿੰਨੇ ਹੀ ਪੁੰਨ ਹਵਨ ਕਰ ਲਵੋ, ਧਿਆਨ ਦੀਆਂ ਸਾਰੀਆਂ ਵਿਧੀਆਂ ਸਿੱਖ ਲਵੋ, ਜਨਮਾਂ ਜਨਮਾਂਤਰਾਂ ਤੱਕ ਰੱਟਦੇ ਰਹੋ ਰੱਬ ਦਾ ਨਾਮ, ਪਰ ਇੱਕ ਦਿਨ ਆਖਿਰ ਤੁਹਾਨੂੰ ਉੱਥੇ ਹੀ ਆਉਣਾ ਪਵੇਗਾ ਜਿੱਥੋਂ ਮਨੁੱਖੀ ਮੁਹੱਬਤ ਸ਼ੁਰੂ ਹੁੰਦੀ ਹੈ ਤੇ ਮਨੁੱਖ ਤਰਸ ਨਾਲ ਭਰ ਜਾਂਦਾ ਹੈ। ਮਾਇਰਾ। ਇਸ ਨੂੰ ਪੜ੍ਹਨ ਬਾਅਦ ਮੈਂ ਸਮਝ ਗਿਆ ਸੀ ਕਿ ਮਾਇਰਾ ਦੇ ਮੁਹੱਬਤ ਬਾਰੇ ਵਿਚਾਰ ਉਹ ਨਹੀਂ ਹਨ ਜੋ ਆਮ ਲੋਕਾਂ ਦੇ ਹੁੰਦੇ ਹਨ। ਉਸ ਦੀ ਮੁਹੱਬਤ ਉਸ ਦੇ ਨਿੱਜ ਤੋਂ ਕਿਤੇ ਅੱਗੇ ਚਲੀ ਗਈ ਸੀ। ਮੈਂ ਮਾਇਰਾ ਤੋਂ ਇਸ ਬਾਰੇ ਪੁੱਛਿਆ ਕਿ ਤੁਸੀਂ ਕਦੇ ਕਿਸੇ ਨੂੰ ਮੁਹੱਬਤ ਕੀਤੀ ਹੈ, ਤਾਂ ਉਸਨੇ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਉਸਨੇ ਮੈਨੂੰ ਕਿਹਾ ਕਿ ਮੈਂ ਉਸ ਲਈ ਇੱਕ ਪੇਂਟਿੰਗ ਬਣਾਵਾਂ। ਇਸ ਗੱਲਬਾਤ ਦੇ ਦੌਰਾਨ ਮੈਂ ਉਸਨੂੰ ਦੱਸਿਆ ਕਿ ਸ਼ਹਿਰ ਦਾ ਸਭ ਤੋਂ ਵੱਡਾ ਜੋ ਕੱਪੜੇ ਦਾ ਵਪਾਰੀ ਹੈ ਧਨੀ ਰਾਮ, ਉਹ ਆਪਣੇ ਬਹੁਤ ਵੱਡੇ ਘਰ ਵਿੱਚ ਲਗਾਉਣ ਲਈ ਮੇਰੀਆਂ ਪੇਂਟਿੰਗਸ ਖਰੀਦਣੀਆਂ ਚਾਹੁੰਦਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਪਰ ਉਸ ਦੀ ਇੱਕ ਇੱਛਾ ਇਹ ਵੀ ਸੀ ਕਿ ਮੈਂ ਉਸ ਲਈ ਇੱਕ 6 ਫੁੱਟ ਦੀ ਲੰਬਾਈ ਦੀ ਨਿਰਵਸਤਰ ਔਰਤ ਦੀ ਪੇਂਟਿੰਗ ਬਣਾਵਾਂ। ਮੈਂ ਇਸ ਲਈ ਸਾਫ਼ ਤੌਰ 'ਤੇ ਮਨਾ ਕਰ ਦਿੱਤਾ। ਮਾਇਰਾ ਨੇ ਕਿਹਾ ਕਿ ਬਣਾ ਦੇਣੀ ਸੀ, ਪਰ ਮੇਰਾ ਜਵਾਬ ਇਹੋ ਸੀ ਕਿ ਮੈਨੂੰ ਇਹ ਕੰਮ ਬੇਮਾਇਨਾ ਲੱਗਦਾ ਹੈ, ਨਾ ਕਿ ਇਹ ਗੱਲ ਮੈਂ ਸਮਝ ਸਕਦਾ ਹਾਂ ਕਿ ਆਮ ਤੌਰ 'ਤੇ ਬਹੁਤੇ ਪੇਂਟਰ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਉਂ ਬਣਾਉਂਦੇ ਹਨ। ਮਾਇਰਾ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਇਸ ਤਰ੍ਹਾਂ ਦੀ ਇੱਕ ਪੇਂਟਿੰਗ ਲੱਗੀ ਹੋਈ ਹੈ। ਇਹ ਕਿਸੇ ਵਿਦੇਸ਼ੀ ਚਿੱਤਰਕਾਰ ਦੀ ਬਣਾਈ ਹੋਈ ਹੈ, ਜਿਸ ਨੂੰ ਉਹ ਬਹੁਤ ਵਾਰ ਵੇਖਦੀ ਹੋਈ ਇਹੋ ਸੋਚਦੀ ਰਹਿੰਦੀ ਹੈ ਕਿ ਔਰਤ ਦੇ ਸਰੀਰ ਵਿੱਚ ਅਜਿਹਾ ਕੀ ਹੈ ਜੋ ਮਨੁੱਖ ਨੂੰ ਹੈਵਾਨ ਬਣਾਉਂਦਾ ਹੈ। ਮਾਇਰਾ ਦੀਆਂ ਬਹੁਤੀਆਂ ਲਿਖਤਾਂ ਵਿੱਚ ਚੁੱਪ ਦਾ ਜ਼ਿਕਰ ਅਕਸਰ ਹੀ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਸ ਸ਼ਬਦ ਤੋਂ ਇੰਨਾ ਹੀ ਕਿਉਂ ਪ੍ਰਭਾਵਿਤ ਹੁੰਦੇ ਹੋ। ਉਸਨੇ ਕਿਹਾ ਕਿ ਇੱਕ ਛੋਟੇ ਜਿਹੇ ਸ਼ਬਦ ਨੂੰ ਉਸਨੇ ਸਾਲਾਂ ਬੱਧੀ ਹੰਢਾਇਆ ਹੈ ਤੇ ਅੱਜ ਪਹਿਲੀ ਵਾਰ ਉਸ ਨੂੰ ਆਸਾਨੀ ਨਾਲ ਇਸ ਗੱਲ ਲਈ ਮੰਨ ਲਈ ਗਈ ਸੀ ਕਿ ਉਹ ਇਸ ਗੱਲ ਦਾ ਜਵਾਬ ਦੇਵੇਗੀ ਕਿ ਉਹ ਚੁੱਪ ਇੰਨਾ ਨੇੜੇ ਤੋਂ ਕਿਵੇਂ ਜਾਣਦੀ ਹੈ।
ਜਾਂ ਉਸ ਲਈ ਚੁੱਪ ਇੰਨੀ ਡੂੰਘੀ ਕਿਉਂ ਹੋ ਗਈ ਹੈ ਕਿ ਮੌਨ ਬਣ ਗਈ ਹੈ। ਅਗਲਾ ਦਿਨ ਲੰਘਣ ਤੋਂ ਬਾਅਦ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ। ਮਾਇਰਾ ਨੇ ਕਰੀਬ ਰਾਤ ਦੇ 11 ਵਜੇ ਆਪਣਾ ਸਟੇਟਸ ਲਿਖਿਆ, ਪਰ ਉਸ ਵੇਲੇ ਮੇਰੇ ਸੌਣ ਦਾ ਸਮਾਂ ਸੀ ਤੇ ਮੈਂ ਇਸ ਨੂੰ ਪੜ੍ਹਨ ਲਈ ਅਗਲੇ ਦਿਨ 'ਤੇ ਛੱਡ ਦਿੱਤਾ। ਤੇ ਆਮ ਦਿਨਾਂ ਦੀ ਤਰ੍ਹਾਂ ਅਗਲੇ ਦਿਨ ਮੈਂ ਸਵੇਰੇ 5 ਵਜੇ ਜਦੋਂ ਮੇਰੀ ਪਤਨੀ ਸੌਂ ਰਹੀ ਸੀ, ਮੈਂ ਚਾਹ ਪੀਂਦਾ ਹੋਇਆ ਮਾਇਰਾ ਦੇ ਸਟੇਟਸ ਪੜ੍ਹ ਰਿਹਾ ਸੀ। ਮੈਂ ਮਾਇਰਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਕੁਦਰਤ ਇਹ ਬਹੁਤੇ ਮਨੁੱਖ ਇਸੇ ਲਈ ਪੈਦਾ ਕਰਦੀ ਹੈ ਕਿ ਉਹ ਜੁਰਮ ਸਹਿ ਸਕਣ ਅਤੇ ਬਹੁਤੇ ਇਸ ਲਈ ਕਿ ਉਹ ਜੁਰਮ ਕਰਦੇ ਰਹਿਣ ਅਤੇ ਹੋਣ ਵਾਲੀਆਂ ਘਟਨਾਵਾਂ ਅਤੇ ਦੁਰਘਟਨਾਵਾਂ ਦੀ ਕੜੀ ਇੱਕ ਦੂਜੇ ਨਾਲ ਜੁੜਦੀ ਤੁਰੀ ਜਾਂਦੀ ਹੈ। ਫਿਰ ਇੱਕ ਜਗ੍ਹਾ ਜਾ ਕੇ ਸਭ ਕੁਝ ਰਲ ਜਾਂਦਾ ਹੈ, ਜਿਵੇਂ ਕਿ ਮੇਰੇ ਨਾਲ ਰੇਪ ਹੋਇਆ। ਪਰ ਕੁੱਲ ਮਿਲਾ ਕੇ ਮੈਂ ਵੇਖਿਆ ਹੈ ਕਿ ਦੁਨੀਆ ਵਿੱਚ ਜਿੰਨਾ ਵੀ ਦੁੱਖ ਹੈ, ਉਸ ਵਿੱਚੋਂ ਬਹੁਤੇ ਤਾਂ ਸਿਰਫ ਇੱਕੋ ਇੱਕ ਕਾਰਨ ਇਹ ਹੈ ਕਿ ਮਨੁੱਖ ਦਾ ਵੈਰੀ ਹੈ। ਮੇਰੇ ਆਲੇ ਦੁਆਲੇ ਅਜਿਹੇ ਕਿਹੜੇ ਹਾਲਾਤ ਬਣੇ ਕਿ ਮੇਰੇ ਨਾਲ ਇਹ ਸਭ ਹੋਇਆ, ਮੈਂ ਇਸ ਨੂੰ ਯਾਦ ਨਹੀਂ ਕਰਨਾ ਚਾਹੁੰਦੀ। ਆਉਣ ਵਾਲੇ ਸਮੇਂ ਵਿੱਚ ਸ਼ਾਇਦ ਮੈਂ ਇਸ ਬਾਰੇ ਲਿਖ ਸਕਾਂ, ਪਰ ਇਸਨੇ ਮੈਨੂੰ ਮਾਨਸਿਕ ਤੌਰ 'ਤੇ ਤਬਾਹ ਕਰ ਦਿੱਤਾ। ਔਰਤ ਦੇ ਜਿਹੜੇ ਸਰੀਰਕ ਸਬੰਧਾਂ ਤੋਂ ਉਸਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ, ਉਨ੍ਹਾਂ ਹੀ ਸਬੰਧਾਂ ਦਾ ਬਿਨਾਂ ਤੁਹਾਡੀ ਸਹਿਮਤੀ ਬਣ ਜਾਣਾ ਜਿਸ ਹੱਦ ਤੱਕ ਤੁਹਾਨੂੰ ਤੋੜ ਸਕਦਾ ਹੈ, ਹੋਰ ਕੁਝ ਵੀ ਇੰਨਾ ਆਤਮਿਕ ਗਲੀਨੀ ਭਰਿਆ ਨਹੀਂ ਹੁੰਦਾ। ਮੇਰੇ ਲਈ ਆਦਮੀ ਤੇ ਸਪਰਸ਼ ਦੇ ਅਰਥ ਉਹ ਨਹੀਂ ਹੋ ਰਹੇ ਜੋ ਆਮ ਔਰਤਾਂ ਜਾਂ ਕੁੜੀਆਂ ਲਈ ਹੁੰਦੇ ਹਨ। ਜਦੋਂ ਮੈਂ ਕੁਝ ਕੁ ਸਮਝਦਾਰ ਹੋਈ ਤਾਂ ਮੈਂ ਇਹ ਵੀ ਸੋਚਿਆ ਕਿ ਮੈਨੂੰ ਇਸ ਸਭ ਮਾਨਸਿਕ ਉਲਝਣਾਂ ਵਿੱਚੋਂ ਨਿਕਲਣ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਮੈਨੂੰ ਇਸ ਲਈ ਸਿਰਫ ਇੱਕੋ ਰਸਤਾ ਮਿਲਿਆ, ਮੈਡੀਟੇਸ਼ਨ। ਮੈਂ ਆਪਣੇ ਆਪ ਨੂੰ ਧਿਆਨ ਵਿੱਚ ਡੋਬ ਦੇਣਾ ਚਾਹੁੰਦੀ ਸੀ, ਜਿੱਥੇ ਕੋਈ ਵਿਚਾਰ ਨਹੀਂ ਹੁੰਦਾ, ਤਾਂ ਕਿ ਮਨ ਨੂੰ ਸ਼ਾਂਤੀ ਮਿਲ ਸਕੇ। ਫਿਰ ਇੱਕ ਆਸ਼ਰਮ ਵਿੱਚ ਜਿੱਥੇ ਇੱਕ ਔਰਤ ਧਿਆਨ ਕਰਵਾਉਂਦੀ ਸੀ। ਪੂਰੇ 15 ਸਾਲ ਮੈਂ ਧਿਆਨ ਕੀਤਾ। ਧਿਆਨ ਦੀਆਂ 101 ਵਿਧੀਆਂ ਪੜ੍ਹੀਆਂ। ਇਸ ਵਿੱਚ ਕਾਫੀ ਮੈਨੂੰ ਊਟ ਪਟਾਂਗ ਵੀ ਲੱਗੀਆਂ, ਪਰ ਆਮ ਤੌਰ 'ਤੇ ਧਿਆਨ ਦੀ ਇੱਕ ਵਿਧੀ ਮੈਨੂੰ ਆਪਣੇ ਵੱਲ ਖਿੱਚਦੀ ਸੀ। ਉਹ ਹੈ ਜਿਹੜੀ ਸੂਫੀ ਸੰਤ ਅਪਣਾਉਂਦੇ ਹਨ। ਉਹ ਲੰਮੇ ਸਮੇਂ ਚੋਲੇ ਪਾ ਕੇ ਗੋਲ-ਗੋਲ ਘੁੰਮਦੇ ਹਨ, ਆਪਣੀਆਂ ਬਾਹਾਂ ਖਿਲਾਰ ਕੇ, ਤੇ ਉਦੋਂ ਤੱਕ ਘੁੰਮਦੇ ਰਹਿੰਦੇ ਹਨ ਜਦੋਂ ਤੱਕ ਉਹ ਡਿੱਗ ਨਹੀਂ ਜਾਂਦੇ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਦੇ ਵੀ ਮੈਂ ਕਿਸੇ ਦੇ ਇਸ ਤਰ੍ਹਾਂ ਦੇ ਡਿੱਗਦੇ ਹੋਏ ਸੱਟ ਲੱਗਦੀ ਨਹੀਂ ਵੇਖੀ। ਬੱਚੇ ਅਕਸਰ ਇਸ ਤਰ੍ਹਾਂ ਕਰਦੇ ਹਨ ਤੇ ਮਾਂ-ਬਾਪ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਵੇਖ ਕੇ ਡਰਦੇ ਰਹਿੰਦੇ ਹਨ ਕਿ ਸੱਟ ਨਾ ਲੱਗ ਜਾਵੇ। ਇਹ ਜੋ ਕੁਝ ਵੀ ਹੈ, ਸਭ ਤੁਹਾਡੇ ਮਨ ਨੂੰ ਖਾਲੀ ਕਰਨ ਦੀਆਂ ਵਿਧੀਆਂ ਹਨ। ਤੁਹਾਡੀ ਸਾਰੀ ਭਟਕਣਾ ਨੂੰ ਵਿਰਾਮ ਦੇਣ ਦੀ ਕਲਾ ਹੈ। ਧਿਆਨ ਬਾਰੇ ਮੈਨੂੰ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਮੈਡੀਟੇਸ਼ਨ ਸਨ, ਪਰ ਮੈਨੂੰ ਇਹ ਇਸ ਤਰ੍ਹਾਂ ਦੀਆਂ ਧਾਰਨਾਵਾਂ ਗਲਤ ਲੱਗਦੀਆਂ ਹਨ, ਕਿਉਂਕਿ ਮੈਂ ਸੋਚਦੀ ਹਾਂ ਕਿ ਮੈਡੀਟੇਸ਼ਨ ਇੰਜ ਨਾਟ ਆ ਐਕਸਰਸਾਈਜ਼, ਮੈਡੀਟੇਸ਼ਨ ਇੰਜ ਨਾਟ ਆ ਮੈਡੀਟੇਸ਼ਨ ਇੰਜ ਆ ਲਾਈਫ ਸਟਾਈਲ। ਕਈ ਵਾਰ ਮੈਂ ਵੇਖਿਆ ਕਿ ਲੋਕ ਧਿਆਨ ਕਰਨ ਲੱਗੇ ਹੀ ਧਿਆਨ ਨੂੰ ਕੰਮ ਜਾਂ ਕਸਰਤ ਬਣਾ ਲੈਂਦੇ ਹਨ ਤੇ ਭੈੜੀਆਂ ਆਵਾਜ਼ਾਂ ਕੱਢਦੇ ਹਨ। ਮੈਂ ਆਪਣੇ ਲਈ ਧਿਆਨ ਦਾ ਤਰੀਕਾ ਚੁਣਿਆ ਕਿ ਚੁੱਪਚਾਪ ਬੈਠ ਜਾਵੋ ਤੇ ਓਮ ਆਵਾਜ਼ ਕੱਢਦੇ ਰਹੋ, ਤੇ ਇੱਕ ਦਿਨ ਤੁਹਾਨੂੰ ਇਸ ਆਵਾਜ਼ ਦੀ ਲੋੜ ਨਹੀਂ ਪੈਂਦੀ। ਬਸ ਅੱਖਾਂ ਬੰਦ ਕਰਕੇ ਓਮ ਦੀ ਧੁਨੀ ਅੰਦਰ ਗੂੰਜਣ ਲੱਗਦੀ ਹੈ ਤੇ ਸਰੀਰ ਸੁਣਨ ਲੱਗਦਾ ਹੈ। ਪਰ ਅਕਸਰ ਮੈਂ ਧਿਆਨ ਤੋਂ ਬਾਅਦ ਇਹ ਸੋਚਦੀ ਕਿ ਜੇਕਰ ਮੈਨੂੰ ਧਿਆਨ ਵਿੱਚ ਇਸ ਤਰ੍ਹਾਂ ਬੈਠੀ ਨੂੰ ਕੋਈ ਵੀ ਆਦਮੀ ਵੇਖੇਗਾ, ਉਹ ਜ਼ਰੂਰੀ ਤਾਂ ਨਹੀਂ ਕਿ ਮੈਨੂੰ ਪਵਿੱਤਰ ਨਜ਼ਰ ਨਾਲ ਨਹੀਂ ਵੇਖੇਗਾ। ਤੇ ਮੈਂ ਮਹਿਸੂਸ ਕਰਦੀ ਕਿ ਅਸੀਂ ਇਸ ਤਰ੍ਹਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹਾਂ, ਕਿਸੇ ਨੂੰ ਨਹੀਂ। ਤੇ ਹਰ ਆਦਮੀ ਦੁਨੀਆ ਨੂੰ ਆਪਣੀ ਨਜ਼ਰ ਤੇ ਸਮਝ ਅਨੁਸਾਰ ਦੇਖਦਾ ਹੈ। ਮੇਰੇ ਅੰਦਰ ਬਹੁਤ ਜਲਦੀ ਸਭ ਚੁੱਪ ਹੋ ਗਿਆ ਤੇ ਮੇਰੀ ਚੁੱਪ ਮੌਨ ਬਣ ਗਈ। ਮੈਂ ਬੜੀ ਸ਼ਾਂਤੀ ਨਾਲ ਜਿਉਣ ਲੱਗੀ, ਇੰਨੀ ਸ਼ਾਂਤੀ ਨਾਲ ਕਿ ਆਪਣੇ ਨਾਲ ਹੋਏ ਰੇਪ ਨੂੰ ਭੁੱਲ ਗਈ। ਇੱਥੋਂ ਤੱਕ ਆਪਣੀ ਪਹਿਲੀ ਮੁਹੱਬਤ ਨੂੰ ਭੁੱਲ ਗਈ, ਜਿਸ ਨੂੰ ਮੈਂ ਕਦੀ ਇੱਕ ਪਲ ਵੀ ਨਹੀਂ ਸੀ ਭੁੱਲਦੀ। ਫਿਰ ਮੈਂ ਮਹਿਸੂਸ ਕੀਤਾ ਕਿ ਮੈਂ ਗਲਤ ਰਸਤੇ ਹਾਂ। ਮੈਡੀਟੇਸ਼ਨ ਕਰਦਿਆਂ ਮੈਂ ਸਿਰਫ ਆਪਣਾ ਹੀ ਭਲਾ ਕਰ ਰਹੀ ਹਾਂ ਤੇ ਸਿਰਫ ਆਪਣੀ ਹੀ ਮੁਕਤੀ ਦੇ ਧੰਦੇ ਲੱਗ ਜਾਣਾ ਕੋਈ ਬਹੁਤਾ ਚੰਗਾ ਕੰਮ ਨਹੀਂ। ਜਿਨ੍ਹਾਂ ਦਿਨਾਂ ਵਿੱਚ ਮੇਰੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਮੈਨੂੰ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ, ਇਹਨਾਂ ਹੀ ਦਿਨਾਂ ਵਿੱਚ ਮੈਨੂੰ ਇੱਕ ਪੋਇਮ ਪੜ੍ਹਨ ਨੂੰ ਮਿਲੀ। ਸੋਬਤ ਉਹ ਸ਼ਖਸ ਹੈ ਜੋ ਮੈਨੂੰ ਪਿਆਰ ਕਰਦਾ ਹੈ। ਸੋਬਤ ਉਸ ਦਾ ਕਲਮੀ ਨਾਮ ਹੈ,
ਪਰ ਮੈਂ ਉਸ ਨੂੰ ਪਿਆਰ ਨਹੀਂ ਕਰਦੀ। ਪਰ ਇਹਨਾਂ ਦਿਨਾਂ ਵਿੱਚ ਮੈਂ ਪਿਆਰ ਬਿਲਕੁਲ ਚੀਜ਼ ਨੂੰ ਸਿਰਫ ਉਸੇ ਕਰਕੇ ਹੀ ਜਾਣਦੀ ਹਾਂ। ਉਹ ਕਦੇ ਇਸ ਬਾਰੇ ਮੇਰੇ ਨਾਲ ਗੱਲ ਵੀ ਨਹੀਂ ਕਰਦਾ, ਪਰ ਮੈਂ ਉਸ ਦੀ ਮੁਹੱਬਤ ਨੂੰ ਮਹਿਸੂਸ ਕਰਦੀ ਹਾਂ ਅਤੇ ਮੈਂ ਵੀ ਕਦੇ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਮੈਂ ਅਕਸਰ ਉਸ ਦੀ ਪੋਇਮ ਪੜ੍ਹਦੀ ਹਾਂ ਅਤੇ ਤਕਰੀਬਨ ਉਸ ਦੀਆਂ ਸਾਰੀਆਂ ਉਹ ਪੋਇਮ ਜੋ ਮੈਂ ਪੜ੍ਹੀਆਂ ਹਨ ਮੈਨੂੰ ਜ਼ੁਬਾਨੀ ਯਾਦ ਹਨ। ਸੱਚੀ ਗੱਲ ਤਾਂ ਇਹ ਹੈ ਕਿ ਮੈਂ ਉਸ ਨੂੰ ਪੜ੍ਹਦੀ ਨਹੀਂ ਸਿੱਖਿਆ ਹੈ ਕਿ ਮੈਂ ਆਪਣੀ ਗੱਲ ਨੂੰ ਸਲੀਕੇ ਨਾਲ ਆਖ ਸਕਾਂ, ਜਿਸ ਨੂੰ ਲੋਕ ਮੇਰੀ ਕਵਿਤਾ ਸਮਝ ਕੇ ਪੜ੍ਹਦੇ ਹਨ। ਉਸ ਦੀ ਇਹ ਪੋਇਮ। ਮੈਂ ਤਾਂ ਇਸੇ ਤਰ੍ਹਾਂ ਵੀ ਧਿਆਨ ਵਿੱਚ ਉਤਰਦਾ ਹਾਂ। ਕਿਸੇ ਦਿਨ ਇੱਕ ਜਗ੍ਹਾ 'ਤੇ ਇੱਕ ਚਾਈਨਾ ਡੋਰ ਵਿੱਚ ਉਲਝੇ ਕਬੂਤਰ ਨੂੰ ਫੜ ਲੈਂਦਾ ਹਾਂ। ਆਪਣੇ ਹੱਥਾਂ ਵਿੱਚ ਮੈਂ ਮਹਿਸੂਸ ਕਰਦਾ ਹਾਂ ਉਸ ਦਾ ਤੇਜ਼ ਧੜਕਦਾ ਦਿਲ। ਮੇਰਾ ਫੋਨ ਵੱਜਦਾ ਹੈ। ਫੋਨ 'ਤੇ ਕੁਝ ਕੁ ਸ਼ਬਦ ਕਹਿ ਫੋਨ ਬੰਦ ਕਰ ਦਿੰਦਾ ਹਾਂ। ਕੋਲ ਖੜਾ ਕੋਈ ਸ਼ਖਸ ਮੈਨੂੰ ਕੈਂਚੀ ਲਿਆ ਕੇ ਦਿੰਦਾ ਹੈ। ਮੈਂ ਉਸ ਦੀ ਖੰਭਾਂ ਨੂੰ ਬਚਾ ਕੇ ਡੋਰ ਕੱਟਣ ਲੱਗਦਾ ਹਾਂ। ਇੱਕ ਆਵਾਜ਼ ਸੁਣਦੀ ਹੈ, ਡੋਰ ਜ਼ਿਆਦਾ ਉਲਝ ਗਈ ਹੈ, ਥੋੜਾ ਖੰਭ ਕੱਟ ਦੇਵੋ। ਮੈਂ ਕਿਹਾ, ਨਹੀਂ ਕੱਟੇ ਹੋਏ ਖੰਭ ਉੱਡਣਯੋਗ ਨਹੀਂ ਹੁੰਦੇ ਤੇ ਅੰਤ ਵਿੱਚ ਕਬੂਤਰ ਧਰਤੀ 'ਤੇ ਰੱਖ ਦਿੰਦਾ ਹਾਂ। ਉਹ ਉੱਡਦਾ ਹੀ ਨਹੀਂ, ਬਹੁਤ ਡਰਿਆ ਹੋਇਆ ਪਰਿੰਦਾ। ਫਿਰ ਅਚਾਨਕ ਉਹ ਉੱਡਦਾ ਹੈ ਤੇ ਹਵਾ ਵਿੱਚ ਜ਼ਿੰਦਗੀ ਦੀ ਕਵਿਤਾ ਲਿਖੀ ਜਾਂਦੀ ਹੈ। ਮੈਂ ਇਸੇ ਤਰ੍ਹਾਂ ਵੀ ਕਵਿਤਾ ਲਿਖਦਾ ਹਾਂ। ਮੈਨੂੰ ਨਹੀਂ ਯਾਦ ਇਸ ਵਿੱਚ ਕਿਸ ਦਾ ਫੋਨ ਆਇਆ, ਕੀ ਗੱਲ ਹੋਈ, ਕੀ ਜਵਾਬ ਦਿੱਤਾ। ਮੇਰੀ ਸੁਰਤ ਟਿਕੀ ਹੋਈ ਸੀ। ਮੇਰਾ ਮਨ ਕਿਸੇ ਭਲੇ ਕਾਰਜ ਵਿੱਚ ਡੁੱਬ ਚੁੱਕਾ ਸੀ, ਇੱਕ ਨਿੱਕੀ ਜਿਹੀ ਜਾਨ ਨੂੰ ਬਚਾਉਣ ਲਈ। ਹਾਂ, ਅਕਸਰ ਮੈਂ ਇਸ ਤਰ੍ਹਾਂ ਵੀ ਧਿਆਨ ਵਿੱਚ ਉਤਰਦਾ ਹਾਂ। ਸਬੋਧ। ਇਸ ਇੱਕ ਕਵਿਤਾ ਨੇ ਮੈਨੂੰ ਬਦਲਿਆ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਮਨ ਦੀ ਸ਼ਾਂਤੀ ਨੂੰ, ਜਿਸ ਨੂੰ ਮੈਂ ਬਹੁਤ ਮਹੱਤਵ ਦਿੱਤਾ, ਉਹ ਤਾਂ ਬਹੁਤ ਮਾਮੂਲੀ ਜਿਹੀ ਚੀਜ਼ ਹੈ। ਮੈਨੂੰ ਵੀ ਕਿਸੇ ਭਲੇ ਕਾਰਜ ਵਿੱਚ ਡੁੱਬ ਜਾਣਾ ਚਾਹੀਦਾ ਹੈ ਅਤੇ ਬਹੁਤ ਸਾਰੇ ਲੋਕਾਂ ਜਾਂ ਬਹੁਤ ਸਾਰੇ ਮਨਾਂ ਨੂੰ ਸ਼ਾਂਤੀ ਤੇ ਪਿਆਰ ਨਾਲ ਭਰ ਦੇਣਾ ਚਾਹੀਦਾ ਹੈ। ਫਿਰ ਮੇਰੀ ਇਸੇ ਇੱਛਾ ਨੇ ਮੇਰੇ ਅੰਦਰ ਇੱਕ ਤਲਾਸ਼ ਪੈਦਾ ਕੀਤੀ, ਜੋ ਮੈਨੂੰ ਇਸ ਅਨਾਥ ਆਸ਼ਰਮ ਵਿੱਚ ਲੈ ਕੇ ਆਈ, ਜਿੱਥੇ ਮੈਂ 20 ਅਨਾਥ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਤੇ ਬੜੇ ਸਕੂਨ ਵਿੱਚ ਹਾਂ। ਮੈਂ ਮਹਿਸੂਸ ਕਰਦੀ ਹਾਂ ਕਿ ਚੁੱਪ ਦੀ ਛਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਹ ਮੌਨ ਬਣੇ, ਤੇ ਮੌਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਕਾਲੀ ਛਾਂ ਤੋਂ ਚਿੱਟਾ ਚਾਨਣ ਬਣ ਸਕੇ। ਇਸ ਅਨਾਥ ਆਸ਼ਰਮ ਵਿੱਚ ਰਹਿੰਦਿਆਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਿਲਕੁਲ ਸੱਚੀ ਗੱਲ ਇਹ ਹੈ ਕਿ ਮੈਨੂੰ ਆਪਣੀ 34 ਸਾਲ ਦੀ ਉਮਰ ਤੱਕ ਅਜਿਹਾ ਕੋਈ ਵੀ ਮਨੁੱਖ ਨਹੀਂ ਮਿਲਿਆ ਜੋ ਬੱਚਿਆਂ ਤੋਂ ਵੱਡਾ ਹੋਵੇ, ਕਿਉਂਕਿ ਉਹ ਬੜੇ ਵੱਡੇ ਦਿਲ ਦੇ ਮਾਲਕ ਹੁੰਦੇ ਹਨ। ਤੇ ਮੈਂ ਇਹ ਜਾਣਿਆ ਹੈ ਕਿ ਇੱਥੇ ਸਭ ਸ਼ੋਰ ਹੈ, ਸਭ ਦਾ ਆਪਣਾ ਆਪਣਾ। ਗੋਦ 'ਚ ਬੈਠੇ ਬੱਚੇ ਦੇ ਜਿਹੜੇ ਤੋਤਲੇ ਬੋਲ ਗੱਲਾਂ ਕਰਦੇ ਕਰਦੇ ਤੁਸੀਂ ਅਣਸੁਣੀ ਕਰਦੇ ਹੋ, ਕੇਵਲ ਉਹੀ ਤਾਂ ਸੁਣਨ ਦੀ ਚੀਜ਼ ਹੁੰਦੇ ਹਨ। ਅਤੇ ਬੱਚਾ ਹੋਣਾ ਬੜੀ ਭਾਗ ਭਰੀ ਅਵਸਥਾ ਹੈ। ਉਹ ਤਾਂ ਸਿਰ ਝੁਕਾ ਕੇ, ਬੁੱਲ ਟੇਰ ਕੇ, ਹੱਥ ਮਲਦੇ ਹੋਏ ਬਸ ਇੰਨਾ ਹੀ ਆਖਦੇ ਹਨ, ਮੈਂ ਤੇਰੇ ਨਾਲ ਗੁੱਸੇ ਹਾਂ, ਤੇ ਬਸ ਇੰਨਾ ਹੀ ਕਹਿ ਕੇ ਮੰਨ ਜਾਂਦੇ ਹਨ। ਅਸੀਂ ਇਹ ਨਹੀਂ ਕਰ ਸਕਦੇ ਤੇ ਇਸੇ ਲਈ ਮੈਨੂੰ ਅਕਸਰ ਹੀ ਲੱਗਦਾ ਹੈ ਅਸੀਂ ਬਹੁਤ ਛੋਟੇ ਹਾਂ, ਬੱਚਿਆਂ ਜਿੱਡੇ ਵੀ ਨਹੀਂ। ਸਾਡੀਆਂ ਸਾਰੀਆਂ ਫੀਲਿੰਗਸ ਵਿੱਚੋਂ ਕੀਮਤੀ ਫੀਲਿੰਗ ਮੁਹੱਬਤ ਹੈ ਅਤੇ ਇਹ ਆਮ ਵਰਤਾਰਾ ਹੈ ਕਿ ਮੁਹੱਬਤ ਜਦੋਂ ਵੀ ਕਿਸੇ ਦਿਲ ਵਿੱਚ ਉਤਰਦੀ ਹੈ ਉੱਥੇ ਚੁੱਪ ਪਸਰਨ ਲੱਗਦੀ ਹੈ। ਮੁਹੱਬਤ ਵਿੱਚ ਡੁੱਬਣ ਵਾਲਾ ਚੁੱਪ ਹੋ ਜਾਂਦਾ ਹੈ। ਬਸ ਉਸ ਦੇ ਅੰਦਰ ਹੀ ਅੰਦਰ ਹਜ਼ਾਰਾਂ ਸ਼ਬਦ ਜਾਂ ਮਿਲਣ ਦੇ ਗੀਤ ਗੂੰਜਣ ਲੱਗਦੇ ਹਨ। ਵੈਸੇ ਸੰਬੋਧ ਨੂੰ ਮੇਰੀ ਚੁੱਪ ਬਹੁਤ ਪਿੰਚ ਕਰਦੀ ਹੈ। ਮੈਂ ਬਹੁਤ ਵਾਰ ਉਸ ਦੇ ਸੁਨੇਹਿਆਂ ਦਾ ਜਵਾਬ ਨਹੀਂ ਦਿੰਦੀ। ਪਿਛਲੇ ਦਿਨੀ ਉਸਨੇ ਆਪਣੇ ਵੱਲੋਂ ਮੇਰੇ ਲਈ ਇਹ ਸ਼ਬਦ ਲਿਖੇ ਸਨ, ਤੇ ਤੇਰੀ ਇੱਕ ਚੁੱਪ ਪੀ ਗਈ ਮੇਰੇ ਬੋਲਾਂ ਦਾ ਦਰਿਆ। ਅੱਜ ਇੰਨਾ ਹੀ ਮਾਇਰਾ। ਇਸ ਤੋਂ ਅੱਗੇ ਅਗਲਾ ਭਾਗ ਵਿੱਚ